ਕਰਨ ਸਿੰਘ ਨੇ ਪੁੱਛਿਆ ਹੈ ਕਿ ਅਸੀਂ ਆਪਣੇ ਅਸਤਿਤਵ ਤੋਂ ਦੂਰ ਹੋਏ ਕਿਵੇਂ। ਇਹ ਸਾਡੀ ਕਮਜ਼ੋਰੀ ਹੀ ਸੀ ਜਾਂ ਪਰਮਾਤਮਾ ਦਾ ਹੁਕਮ। ਅਸੀਂ ਆਪਣੇ ਘਰ ਪਹੁੰਚ ਵੀ ਗਏ, ਫਿਰ ਕੀ ਗਰੰਟੀ ਹੈ ਕਹੀਂ ਵਾਪਸ ਫਿਰ ਨਹੀਂ ਭਟਕਾਂਗੇ। ਤੁਸੀਂ ਆਪਣੀ ਕਮਜ਼ੋਰੀ ਦੇ ਕਾਰਨ ਨਹੀਂ ਭਟਕ ਰਹੇ ਹੋ, ਬੇਸਮਝੀ ਦੇ ਕਾਰਨ ਭਟਕ ਰਹੇ ਹੋ। ਬੇਸਮਝੀ ਪੈਦਾ ਹੋ ਰਹੀ ਹੈ ਆਪਣੀ ਸਮਝ ਨੂੰ ਫੜ ਕੇ। ਤੁਸੀਂ ਆਪਣੀ ਸਮਝ ਨੂੰ ਛੱਡਦੇ ਹੀ ਨਹੀਂ ਹੋ। ਕਿਉਂਕਿ ਜੋ ਕਿਹਾ ਜਾ ਰਿਹਾ ਹੈ ਨਾ, ਇਹ ਸਮਝ ਤੋਂ ਨਹੀਂ ਆ ਰਿਹਾ ਹੈ। ਤੇ ਤੁਸੀਂ ਵੀ ਅਗਰ ਸੁਣਨਾ ਹੈ ਨਾ ਤੇ ਆਪਣੀ ਸਮਝਦਾਰੀ ਨੂੰ ਪਾਸੇ ਕਰ ਦਿਓ। ਸਿੱਧਾ ਸਿੱਧਾ ਸੁਣ ਲਓ। ਹਾਂ, ਆਪਣੀ ਸਮਝਦਾਰੀ ਨੂੰ ਪਾਸੇ ਕਰੋ, ਮਨ ਨੂੰ ਪਾਸੇ ਕਰੋ, ਵਿਚਾਰ ਨਾ ਕਰੋ, ਸੋਚੋ ਨਾ, ਤਾਂ ਹੀ ਤੁਸੀਂ ਸੁਣ ਪਾਓਗੇ ਨਾ। ਇਹਨੂੰ ਹੀ ਧਿਆਨ ਕਹਿੰਦੇ ਹਨ। ਸੁਣੀਏ ਲਾਗੇ ਸਹਿਜ ਧਿਆਨ। ਸੁਣੋ ਪਹਿਲਾਂ, ਵਿਚਾਰੋ ਨਾ, ਸੋਚੋ ਨਾ, ਬੁੱਧੀ ਨੂੰ ਇੱਕ ਪਾਸੇ ਰੱਖ ਦਿਓ। ਫਿਰ ਤੁਸੀਂ ਸਿੱਧਾ ਸਿੱਧਾ ਸੁਣੋਗੇ ਨਾ ਜਦੋਂ, ਉਦੋਂ ਸਿੱਧੀ ਸਿੱਧੀ ਤੁਹਾਡੇ ਗੱਲ ਸਮਝ ਵਿੱਚ ਆਊਗੀ। ਇਹੋ ਹੀ ਏਕੋ ਨਾਮ ਤਾਰੇ ਸੰਸਾਰ ਵੀ ਹੈ। ਕਿਉਂਕਿ ਆਪਾਂ ਪਰਮਾਤਮਾ ਦੇ ਹੀ ਵਿਚਾਰ ਕਰ ਰਹੇ ਹਾਂ, ਪਰਮਾਤਮਾ ਦੀ ਹੀ ਗੱਲ ਹੋ ਰਹੀ ਹੈ, ਅਤੇ ਇਹਨੂੰ ਸੁਣ ਕੇ ਪਰਮਾਤਮਾ ਵੀ ਯਾਦ ਆਵੇਗਾ। ਅਤੇ ਪਰਮਾਤਮਾ ਯਾਦ ਆਵੇਗਾ ਅਤੇ ਨਾਮ ਵੀ ਹੋਇਆ ਨਾ ਇਹ। ਅਤੇ ਜਿਹੜਾ ਨਿਰਵਿਚਾਰ ਹੋ ਕੇ ਸੁਣੇਗਾ ਉਹਦਾ ਧਿਆਨ ਵੀ ਲੱਗੇਗਾ। ਅਤੇ ਜੋ ਕਿਹਾ ਜਾ ਰਿਹਾ ਹੈ ਨਾ, ਇਹ ਸਮਝ ਵਿੱਚ ਵੀ ਉਦੋਂ ਹੀ ਆਵੇਗਾ। ਹੁਣ ਤੁਸੀਂ ਇਉਂ ਸਮਝੋ, ਤੁਸੀਂ ਕਹਿ ਰਹੇ ਹੋ ਭਈ ਅਸੀਂ ਆਪਣੇ ਅਸਤਿਤਵ ਤੋਂ ਕਿਵੇਂ ਦੂਰ ਹੋਏ। ਦੂਰ ਥੋੜ੍ਹੀ ਹੋਏ ਹੋ, ਦੂਰ ਹੋ ਥੋੜ੍ਹੀ ਸਕਦੇ ਹੋ ਤੁਸੀਂ, ਹੋ ਤਾਂ ਅਸਤਿਤਵ ਦੇ ਵਿੱਚ ਹੀ। ਵੀ ਇਹ ਸਾਡੀ ਕਮਜ਼ੋਰੀ ਸੀ ਕਿ ਜੇ ਪਰਮਾਤਮਾ ਦਾ ਹੁਕਮ ਸੀ। ਨਹੀਂ, ਤੁਸੀਂ ਹੁਕਮ ਨੂੰ ਸਮਝ ਨਹੀਂ ਪਾ ਰਹੇ ਹੋ। ਤੁਸੀਂ ਸੋਚ ਰਹੇ ਹੋ ਕੋਈ ਹੁਕਮੀ ਸਾਡੇ ਉੱਪਰ ਖੜਾ ਹੈ ਅਤੇ ਉਹ ਹੁਕਮ ਕਰ ਰਿਹਾ ਹੈ ਅਤੇ ਅਸੀਂ ਚੱਲ ਰਹੇ ਹਾਂ। ਤੁਸੀਂ ਉਹਨੂੰ ਅਲੱਗਾ ਸਮਝਦੇ ਹੋ। ਜਦੋਂ ਕਿਹਾ ਜਾਂਦਾ ਨਾ ਸਭ ਕੁਛ ਰਜਾ ਅੰਦਰ ਹੋ ਰਿਹਾ, ਹੁਕਮ ਅੰਦਰ ਹੋ ਰਿਹਾ, ਪਾਣੀ ਅੰਦਰ ਹੋ ਰਿਹਾ, ਪਰਮਾਤਮਾ ਹੀ ਕਰ ਰਿਹਾ ਹੈ, ਅਤੇ ਉਹਦਾ ਭਾਵ ਤੁਹਾਡੀ ਸਮਝ ਵਿੱਚ ਥੋੜ੍ਹੀ ਆਉਂਦਾ ਹੈ। ਇਹ ਇਉਂ ਹੈ ਜਿਵੇਂ ਸਾਗਰ ਅਤੇ ਸਾਗਰ ਦੀਆਂ ਲਹਿਰਾਂ। ਜਲ ਤਰੰਗ ਔਰ ਫੇਨ ਬੁੱਧ ਬੁੱਧਾ ਜਲ ਤੇ ਪਿਨ ਨਾ। ਹੁਣ ਸਾਗਰ ਅਤੇ ਸਾਗਰ ਦੀਆਂ ਲਹਿਰਾਂ ਇਹ ਸਾਗਰ ਨਾਲੋਂ ਜੁਦਾ ਹਨ। ਫਿਰ ਸਾਗਰ ਹੀ ਇਹਨਾਂ ਨੂੰ ਲਹਿਰਾ ਰਿਹਾ ਹੈ, ਲਹਿਰਾਂ ਚੱਲ ਰਹੀਆਂ ਹਨ ਸਾਗਰ ਦੀ ਮਰਜ਼ੀ ਨਾਲ ਕਿ ਆਪਣੀ ਮਰਜ਼ੀ ਨਾਲ। ਤੁਸੀਂ ਦੱਸੋ ਵੀ ਲਹਿਰਾਂ ਜਿਹੜੀਆਂ ਸਾਗਰ ਉੱਪਰ ਚੱਲ ਰਹੀਆਂ ਹਨ, ਸਾਗਰ ਦੀ ਮਰਜ਼ੀ ਨਾਲ ਚੱਲ ਰਹੀਆਂ ਹਨ ਜਾਂ ਆਪਣੀ ਮਰਜ਼ੀ ਨਾਲ?
ਨਹੀਂ, ਇੱਥੇ ਸਾਗਰ ਹੀ ਹੈ ਲਹਿਰਾਇਆ, ਲਹਿਰਾਂ ਦੇ ਵਿੱਚ ਵੱਖ ਥੋੜ੍ਹੀ ਹਾਂ ਆਪਾਂ ਕਿਸੇ ਤੋਂ। ਆਪਾਂ ਸਾਰੇ ਇੱਕੋ ਹੀ ਸਾਗਰ ਦੇ ਵਿੱਚ ਹਾਂ। ਮੇਰਾ ਬੋਲਣਾ ਵੀ ਹੁਕਮ ਅਨੁਸਾਰ ਹੈ, ਤੁਹਾਡਾ ਸੁਣਨਾ ਵੀ ਹੁਕਮ ਅਨੁਸਾਰ ਹੈ, ਤੁਹਾਡਾ ਮੰਨਣਾ ਨਾ ਮੰਨਣਾ ਵੀ ਹੁਕਮ ਅਨੁਸਾਰ ਹੈ, ਤੁਹਾਡੇ ਸਵਾਲ ਪੁੱਛਣੇ ਵੀ ਹੁਕਮ ਅਨੁਸਾਰ ਹੈ, ਤੁਹਾਡਾ ਚੱਲਣਾ ਵੀ। ਜੋ ਕੁਛ ਵੀ ਹੋ ਰਿਹਾ ਹੈ ਉਸ ਤੋਂ ਬਾਹਰ ਥੋੜ੍ਹੀ ਹੋ ਰਿਹਾ ਹੈ ਕੁਛ ਵੀ ਮੈਂ ਉਸ ਤੋਂ ਬਾਹਰ ਬੋਲ ਰਿਹਾ ਹਾਂ ਕੁਛ। ਕਿਵੇਂ ਬੋਲ ਸਕਦਾ ਹਾਂ? ਤੁਸੀਂ ਇਹ ਵੀ ਤਾਂ ਸੋਚੋ, ਮੇਰੀ ਕੋਈ ਹਸਤੀ ਉਸ ਤੋਂ ਬਾਹਰ ਥੋੜ੍ਹੀ ਹੈ, ਉਹਦੇ ਵਿੱਚ ਹੀ ਹੈ ਨਾ। ਆਪਾਂ ਸਾਰੇ ਹੀ ਇੱਕ ਦੇ ਵਿੱਚ ਹੀ ਹਾਂ। ਤੁਸੀਂ ਬਾਹਰੋਂ ਦੇਖਦੇ ਹੋ ਵੀ ਕੋਈ ਦੂਰ ਹੈ ਬੋਲਣ ਵਾਲਾ, ਤੋ ਸਾਨੂੰ ਸਮਝਾ ਰਿਹਾ ਤੇ ਅਸੀਂ ਸਮਝਣ ਵਾਲੇ। ਤੁਸੀਂ ਬਾਹਰੋਂ ਦੇਖ ਕੇ ਦੂਰੀ ਪੈਦਾ ਕਰਦੇ ਹੋ। ਮੈਂ ਬਾਹਰੋਂ ਦੇਖ ਕੇ ਥੋੜ੍ਹੀ ਬੋਲ ਰਿਹਾ ਹਾਂ ਤੁਹਾਨੂੰ। ਬਹੁਤਿਆਂ ਨੂੰ ਤਾਂ ਮੈਂ ਜਾਣਦਾ ਵੀ ਨਹੀਂ ਹਾਂ ਜਿਹੜੇ ਵਿੱਚ ਸੁਣ ਰਹੇ ਹਨ, ਪਰ ਫਿਰ ਵੀ ਮੈਂ ਜੋ ਬੋਲਣਾ ਹੈ ਬੋਲ ਰਿਹਾ ਅਤੇ ਸੁਣਨ ਵਾਲੇ ਸੁਣ ਰਹੇ ਹਨ। ਨਹੀਂ, ਇਹ ਅੰਦਰ ਦਾ ਸੰਬੰਧ ਹੈ, ਇਹ ਬਾਹਰ ਦਾ ਨਹੀਂ ਹੈ। ਇਹ ਇਉਂ ਹੈ ਜਿਵੇਂ ਇੱਕ ਹੀ ਦਰਖਤ ਨੂੰ ਸਾਰੇ ਪੱਤੇ ਲੱਗੇ ਹੋਣ ਅਤੇ ਇੱਕ ਹੀ ਦਰਖਤ ਤੋਂ ਸਾਰੇ ਹੀ ਰਸ ਪਾ ਰਹੇ। ਹਾਂ, ਕੋਈ ਬੁੱਢਾ ਹੋ ਗਿਆ ਪੱਤਾ, ਕੋਈ ਪੀਲਾ ਹੋ ਗਿਆ ਝੜਨ ਵਾਲਾ ਹੈ, ਕੋਈ ਜਵਾਨ ਹੋ ਗਿਆ, ਕੋਈ ਪੈਦਾ ਹੋ ਰਿਹਾ, ਪਰ ਹੈ ਇੱਕ ਦਰਖਤ ਦੇ ਹੀ ਸਾਰੇ। ਇੱਦਾਂ ਹੈ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਇੱਕ ਤੋਂ ਹੀ ਸਭ ਕੁਝ ਚੱਲ ਰਿਹਾ ਹੈ ਅਤੇ ਹੁਕਮ ਦੁਆਰਾ ਵੀ ਹੀ ਹੋ ਰਿਹਾ ਹੈ। ਜਦੋਂ ਤੁਸੀਂ ਸੋਚ ਵੀ ਰਹੇ ਹੋ ਨਾ, ਤੁਸੀਂ ਸੋਚ ਰਹੇ ਹੋ ਅਸੀਂ ਕਰ ਰਹੇ ਹਾਂ, ਤੁਸੀਂ ਨਹੀਂ ਕਰ ਰਹੇ ਹੋ ਕੁਛ ਵੀ। ਖਿਆਲ ਰੱਖਿਓ, ਕੋਈ ਵੀ ਕੁਛ ਨਹੀਂ ਕਰ ਰਿਹਾ ਹੈ, ਸਿਰਫ ਖਿਆਲ ਹੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਕੁਛ ਕਰ ਰਹੇ ਹਾਂ। ਅਤੇ ਉਹ ਕੁਛ ਕਰਨ ਕਰਕੇ ਹੀ ਤੁਸੀਂ ਸੰਸਾਰ ਦੇ ਵਿੱਚ ਫਸ ਰਹੇ ਹੋ। ਕਰਤਾ ਭਾਵ ਦੁਆਰਾ ਕਰਮ ਤਾਂ ਉਹਦੇ ਤੋਂ ਚੱਲ ਰਹੇ ਹਨ, ਕਿਉਂਕਿ ਕਰਤਾ ਪੁਰਖ ਉਹ ਹੈ। ਜੋ ਕੁਛ ਵੀ ਹੋ ਰਿਹਾ ਹੈ ਉਹਦੇ ਤੋਂ ਹੀ ਹੋ ਰਿਹਾ, ਉਹ ਅੰਦਰ ਬੈਠ ਕੇ ਕਰਵਾ ਰਿਹਾ ਹੈ ਸਭ ਕੁਛ, ਸਭ ਕੁਛ ਹੋ ਰਿਹਾ ਹੈ। ਉਹ ਹੀ ਸੰਸਾਰ ਦੇ ਵਿੱਚ ਫਸਾਉਂਦਾ ਹੈ ਅਤੇ ਉਹ ਹੀ ਕਢਾਉਂਦਾ ਹੈ। ਆਹ ਕੱਢਣ ਦਾ ਉਪਾਅ ਵੀ ਉਹ ਹੀ ਦੱਸ ਰਿਹਾ ਹੈ, ਅਤੇ ਜਿਨ੍ਹਾਂ ਦੇ ਅੰਦਰ ਪਿਆਸ ਹੈ, ਨਿਕਲਣ ਦਾ ਯਤਨ ਕਰ ਰਹੇ ਹਨ, ਉਹ ਵੀ ਉਹਦੇ ਤੋਂ ਹੀ ਹੋ ਰਿਹਾ ਹੈ। ਅਤੇ ਨਿਕਲਣ ਦਾ ਯਤਨ ਵੀ ਜਿਹੜਾ ਹੈ ਨਾ, ਉਹ ਵੀ ਤੁਹਾਡਾ ਥੋੜ੍ਹੀ, ਉਹ ਵੀ ਉਹਦੇ ਤੋਂ ਹੀ ਹੋ ਰਿਹਾ ਹੈ। ਫਸਣਾ ਵੀ ਜ਼ਰੂਰੀ ਹੈ। ਹੁਣ ਜੇ ਸੰਸਾਰ ਦੇ ਵਿੱਚ ਬੱਚਾ ਉਤਰੇ ਨਾ, ਸੰਸਾਰ ਦੇ ਵਿੱਚ ਫਸੇ ਨਾ, ਆਪਣੇ ਘਰ ਤੋਂ ਦੂਰ ਜਾਏ ਨਾ, ਭਟਕੇ ਨਾ, ਅਤੇ ਜਦੋਂ ਜ਼ਿਆਦਾ ਭਟਕੂਗਾ ਨਾ, ਭਟਕ ਭਟਕ ਕੇ ਔਖਾ ਹੋ ਜਾਊਗਾ, ਫਿਰ ਉਹ ਜਦੋਂ ਵਾਪਸ ਘਰ ਆਊਗਾ, ਫਿਰ ਨੂੰ ਘਰ ਦਾ ਬੜਾ ਹੀ ਸੁੱਖ ਮਹਿਸੂਸ ਹੁੰਦਾ, ਕਿੰਨਾ ਵਧੀਆ ਲੱਗਦਾ ਹਨ। ਕਹਿੰਦੇ ਭੁੱਲਿਆ ਚੁੱਕਿਆ ਘਰ ਆ ਗਿਆ, ਅਤੇ ਭੁੱਲਿਆ ਨਹੀਂ ਕਹੀਦਾ, ਆ ਗਿਆ ਘਰ, ਕਿੰਨਾ ਸੋਹਣਾ ਲੱਗਦਾ। ਇੱਦਾਂ ਹੀ ਹੈ, ਬੱਚਾ ਸੰਸਾਰ 'ਚ ਆਉਂਦਾ ਹੈ, ਸੰਸਾਰ ਦੀ ਮੋਹ ਮਾਇਆ ਦੇ ਵਿੱਚ ਫਸਦਾ ਹੈ, ਹੌਲੀ ਹੌਲੀ ਸੰਸਾਰ ਦਾ ਜੰਜਾਲ ਹੈ, ਵਾਸ਼ਨਾਵਾਂ ਕਾਮਨਾਵਾਂ ਇੱਛਾਵਾਂ 'ਚ ਉਲਝਦਾ ਹੈ, ਦੁੱਖ ਪਾਉਂਦਾ ਹੈ, ਫਿਰ ਅੰਦਰੋਂ ਪਿਆਸ ਉੱਠਦੀ, ਤੜਫ ਉੱਠਦੀ, ਫਿਰ ਵਾਪਸ ਆਪਣੇ ਘਰ ਦੀ ਯਾਦ ਆਉਂਦੀ ਹੈ ਅਤੇ ਘਰ ਨੂੰ ਚੱਲ ਪੈਂਦਾ। ਇਹ ਸਹਿਜ ਪਰਮਾਤਮਾ ਦੇ ਨਿਯਮ ਅਨੁਸਾਰ ਹੋ ਰਿਹਾ। ਫਿਰ ਤੁਸੀਂ ਪੁੱਛਦੇ ਹੋ ਵੀ ਅਗਰ ਘਰ ਪਹੁੰਚ ਗਏ ਫਿਰ ਕੀ ਗਾਰੰਟੀ ਹੈ ਵੀ ਅਸੀਂ ਨਹੀਂ ਭਟਕਾਂਗੇ? ਨਹੀਂ, ਤੁਸੀਂ ਭਟਕ ਨਹੀਂ ਸਕਦੇ ਹੋ ਦੁਬਾਰਾ।
ये पक्की गारंटी है भी ਜਿਹੜਾ भी अपने घर पहुँच जाता है ना फिर नहीं भटकता। हाँ, घर ना पहुँचे, बाहर बाहर ही होवे तो भटक सकता। ਜਿਹੜਾ अपने घर पहुँच गया ना, अपने देश पहुँच गया। बेगमपुरा शहर को नाओ दुख अंधो नहीं दिसदा। वो ऐसे शहर नूं, ऐसे देश नूं छड्डदा नहीं है। ये कोई अमेरिका थोड़ी है। कई कह देंदे हन ना भी आ बच्चा तुहाडा अमेरिका चले गया, इन्हें दोबारा नहीं आउणा है, क्योंकि उत्थे दीयां सुख सुविधावां ही इन्नियां हन, ये छड्ड के आ नहीं सकता। पर उत्थे जिहड़े हन सुख सुविधा भोग चुके हन, उन्हां दा जी अक गया है। जिहड़े परमानेंटली रह रहे हैं उत्थे, ਉਹ ਇੱਥੇ ਸੰਨਿਆਸੀਆਂ ਦੇ ਆਸ਼ਰਮਾਂ ਦੇ ਵਿੱਚ, ਯੋਗੀਆਂ ਦੇ ਆਸ਼ਰਮਾਂ ਦੇ ਵਿੱਚ ਯੋਗਾ ਕਰਦੇ ਹਨ। ਉਹ ਕਹਿੰਦੇ ਹਨ ਅਸੀਂ ਸੁੱਖ ਸੁਵਿਧਾ ਤੋਂ ਹੀ ਅੱਕ ਗਏ। ਉੱਥੇ ਮਾਨਸਿਕ ਪਰੇਸ਼ਾਨੀਆਂ ਬਹੁਤ ਜ਼ਿਆਦਾ ਹਨ। ਸਰੀਰਕ ਸੁੱਖ ਸੁਵਿਧਾ ਬਹੁਤ ਹੈ, ਪਰ ਮਾਨਸਿਕ ਟੈਨਸ਼ਨ ਜਿਹੜੀ ਹੈ ਨਾ, ਉਹ ਉਹਨਾਂ ਮੁਲਕਾਂ 'ਚ ਇਹਨਾਂ ਮੁਲਕਾਂ ਨਾਲੋਂ ਜ਼ਿਆਦਾ ਹੈ। क्योंकि सब कुछ तो मिल गया, परेशानियां खत्म नहीं हो रही, मन थोड़ी शांत होता है सुख सुविधावां मिलने नाल। देखो, इस देह को लोचै देव सो देवी भज हर की सेव। कहते देवते भी लोचते हैं जिन्होंने सारे ही सुख मिले हुए हैं, जो भी चाहिए उस वे मिल जाता है। देवतियों को कहते वो भी सुख तो अक जाते। सुख भोग भोग के भी बंदा अक जाता है। जिमें रोज़ ही कोई मिठा खाई जाए खाई जाए खाई जाए, वो भी जाता है ना। देवते भी वो भी जाते हैं स्वर्ग तो, वो भी कहते हैं मनुखा देही मिले तो असी साधना करी, चिंतन करी, भगती करी तो मुक्त हो जी। क्योंकि वो मुक्त नहीं ना हैं, स्वर्ग मिल गया, सुख मिल गए बहुत, पर की करनगे सुखां तो उतों भी मन अक जाता है। तो मन अक जाता है ये सुखां तो, संसारिक सुखां तो, क्योंकि क्षण भंगुर हैं ना, तो मन वासना करता रहिंदा है, गां तो चलता रहिंदा है। पर बहुत अमीर लोगों ने भी आत्म हत्या की है, क्योंकि उन्होंने वो शांति नहीं मिली। तो इन्हां देशां वर्गा वो देश नहीं है। उस देश तो, उस घर तो कोई नहीं मुड़दा है, बल्कि कम उल्टा हुंदा है। जिहड़ा उस घर का स्वाद लै लैंदा है ना एक बार, जिहड़ा राम रस पी लैंदा है, विसर गए रस और, उन्होंने तुसी देखो प्रहलाद नूं किन्ना दुख दिता है उहदे पिता ने, तू छड्ड राम ना। वो कहंदा मैनूं मार दे, टुकड़े टुकड़े करते, मैं राम नाम नहीं छड्ड सकदा। की मिलिया होऊगा उन्हां नूं? अपना आप कुर्बान करता, सूलियां ते चढ़ गए, अपनी गर्दन कटवा ली, जहर पी ली, पर उन्होंने नहीं छड्डिया। वो कैसा होवेगा रस, तुसीं किवें जाणो? तुसीं कहंदे हो भटकेगा तो नहीं, फिर तुसीं सोचते हो भी संसार दे विच बहुत सुख हैं। जिहड़ा उस रस नूं पी लैंदा है ना, वो तो तुहाडे ते तरस करदा है। ते तुसीं संसारिक सुख जिन्हों कहते हो तो कुछ भी नहीं हैं, तुसीं तो दुखां दे विच फसदे जांदे, ते दुखां दे जाल दे विच, ते संसार दे विच आण के फसूगा। फिर जिहड़ा मुक्त हो गया है ना संसार तो संसार नूं बिल्कुल व्यर्थ जानदा है। उन्होंने कोई भी चीज़
ਲੁਭਾ ਨਹੀਂ ਸਕਦੀ। ਬਹੁਤ ਪ੍ਰਲੋਭਨ ਦਿੱਤੇ ਗਏ ਸਨ ਭਗਤਾਂ ਨੂੰ, ਫਕੀਰਾਂ ਨੂੰ, ਤੁਹਾਨੂੰ ਰਾਜ ਦੇ ਦਾਂਗੇ, ਭਾਗ ਦੇ ਦਾਂਗੇ, ਔਰਤਾਂ ਦੇ ਦਾਂਗੇ, ਸੁੱਖ ਸੁਵਿਧਾ ਦੇ ਦਾਂਗੇ। ਕਹਿੰਦੇ ਕੁਛ ਵੀ ਨਹੀਂ ਚਾਹੀਦਾ। ਕਹਿੰਦੇ ਤੁਹਾਨੂੰ ਮਾਰ ਦੇਵਾਂਗੇ, ਟੁਕੜੇ ਟੁਕੜੇ ਕਰ ਦਾਂ। ਕਹਿੰਦੇ ਉਹ ਵੀ ਮਾਰ ਦਿਓ, ਪਰ ਅਸੀਂ ਉਹ ਨਹੀਂ ਛੱਡ ਸਕਦੇ ਜੋ ਸਾਨੂੰ ਮਿਲ ਗਿਆ। ਕਿਉਂਕਿ ਮਿਲਿਆ ਕੁਛ ਐਸਾ ਹੈ ਨਾ, ਉਹਦੇ ਸਾਹਮਣੇ ਸਭ ਕੁਛ ਹੀ ਤੁੱਛ ਹੈ। ਸੰਸਾਰ ਦੇ ਸੁੱਖ ਬਿਲਕੁਲ ਵਿਅਰਥ। ਉਹਨੂੰ ਇੱਕ ਐਸੀ ਮਸਤੀ ਮਿਲ ਗਈ ਹੈ ਨਾ, ਤੇ ਉਸ ਮਸਤੀ ਦੇ ਛਣ ਪਲ ਦੇ ਉੱਪਰ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ। ਤੇ ਇਹ ਕੁਛ ਵੀ ਨਹੀਂ ਹੈ ਜੋ ਤੁਸੀਂ ਸੰਸਾਰ ਦੇ ਵਿੱਚ ਭੋਗ ਰਹੇ ਹੋ। ਤੇ ਜਿਹੜਾ ਉਸ ਘਰ ਪਹੁੰਚ ਗਿਆ ਨਾ, ਉਹ ਫਿਰ ਵਾਪਸ ਨਹੀਂ ਆਉਂਦਾ ਹੈ, ਆ ਨਹੀਂ ਸਕਦਾ। ਹਾਂ, ਆਉਣਾ ਚਾਹਵੇ ਤੇ ਰੁਕਾਵਟ ਵੀ ਕੋਈ ਨਹੀਂ ਹੈ, ਪਰ ਉਹ ਫਿਰ ਆਉਣਾ ਹੀ ਨਹੀਂ ਚਾਹੁੰਦਾ ਹੈ, ਕਿਉਂਕਿ ਉੱਥੇ ਅਦਵੈਤ ਹੈ, ਉੱਥੇ ਨਿਸ਼ਚਿੰਤਤਾ ਹੈ, ਉੱਥੇ ਪਰਮ ਆਨੰਦ ਹੈ, ਬ੍ਰਹਮ ਮਸਤੀ ਹੈ। ਨਾਨਕ ਭਗਤਾਂ ਸਦਾ ਵਿਕਾਸ। ਉਹ ਭਾਵੇਂ ਇਕੱਲਾ ਵੀ ਬੈਠਾ ਰਹੇ ਸਾਰੀ ਜ਼ਿੰਦਗੀ, ਉਹ ਅੱਕਦਾ ਨਹੀਂ ਹੈ, ਕਿਉਂਕਿ ਉਹਦੇ ਕੋਲ ਮਨ ਨਹੀਂ ਹੈ। ਮਨ ਹੀ ਅੱਕਦਾ ਹੈ ਨਾ। ਤੁਸੀਂ ਇਕੱਲੇ ਬੈਠੇ ਹੋ ਕਮਰੇ ਦੇ ਵਿੱਚ ਤੇ ਮਨ ਅੱਕ ਜਾਂਦਾ ਹੈ, ਜਿੱਦਾਂ ਮਨ ਹੀ ਨਾ ਹੋਵੇ। ਕਹਿੰਦੇ ਗੁਰੂ ਨਾਨਕ ਦੇਵ ਜੀ ਜਦੋਂ ਦੁਕਾਨ ਕਾਰੋਬਾਰ ਛੱਡ ਕੇ ਤੇ ਇੱਕ ਸ਼ਿਵਿਆਂ ਦੇ ਕੋਲ ਬੈਠ ਗਏ, ਕਈ ਦਿਨ ਬੈਠੇ, ਅੱਕੇ ਹੀ ਨਹੀਂ। ਇਸੇ ਕਰਕੇ ਉਹਨਾਂ ਦਾ ਨਾਮ ਵੀ ਜਿਹੜਾ ਹੈ ਨਾ, ਨਾਨਕ ਹੈ। ਨਾਨਕ ਜਿਹੜਾ ਨਹੀਂ ਅੱਕਦਾ ਹੈ, ਕਿਉਂਕਿ ਅੱਕਦੇ ਹੀ ਨਹੀਂ, ਕਿਉਂਕਿ ਮਨ ਹੀ ਨਹੀਂ ਹੈ ਨਾ। ਜਿੱਦਾਂ ਮਨ ਹੀ ਨਹੀਂ ਹੈ, ਉਹ ਅੱਕੂਗਾ ਕਿਵੇਂ? ਤੇ ਮਨ ਹੀ ਹੈ ਜਿਹੜਾ ਅੱਕ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਤੇ ਜਿਹੜਾ ਦੁਖੀ ਹੋ ਜਾਂਦਾ ਹੈ, ਅੱਕ ਜਾਂਦਾ ਹੈ ਨਾ, ਉਹ ਫਿਰ ਭਟਕਦਾ ਹੈ। ਉਹ ਫਿਰ ਨਿਕਲਦਾ ਹੈ ਬਾਜ਼ਾਰ 'ਚ। ਧਾਰਮਿਕ ਲੋਕ ਧਾਰਮਿਕ ਸਥਾਨਾਂ 'ਤੇ ਭੱਜੇ ਫਿਰਦੇ ਹਨ, ਘਰ ਬੈਠ ਨਹੀਂ ਸਕਦੇ। ਉਹ ਵੀ ਮਨੋਰੰਜਨ ਕਰਨ ਵਾਸਤੇ ਧਾਰਮਿਕ ਸਥਾਨਾਂ 'ਤੇ ਜਾਂਦੇ। ਕੋਈ ਬਾਣੀ ਪੜ੍ਹਦਾ, ਕੋਈ ਕੁਛ ਕਰਦਾ, ਕੋਈ ਨਾਮ ਹੀ ਜਪਦਾ। ਨਾਮ ਵੀ ਮਨ ਦੀ ਅਸ਼ਾਂਤੀ ਕਰਕੇ ਜਪਦੇ ਹਨ ਲੋਕ। ਹੁਣ ਜਿਹਦਾ ਮਨ ਹੀ ਨਾ ਹੋਵੇ। ਹੁਣ ਕਈ ਪ੍ਰਚਾਰਕ, ਪਿੱਛੇ ਜਿਹੇ ਦਿੱਲੀ ਤੋਂ ਸੰਗਤ ਆਈ ਸੀ, ਉਹ ਕਹਿੰਦੇ ਸਾਨੂੰ ਬਹੁਤਿਆਂ ਨੇ ਕਿਹਾ ਸੀ ਵੀ ਗੁਰੂ ਨਾਨਕ ਦੇਵ ਜੀ ਸੋਹੰਗ ਸੋਹੰਗ ਦਾ ਜਾਪ ਕਰਦੇ ਹੁੰਦੇ ਸੀ, ਤੁਸੀਂ ਵੀ ਸੋਹੰਗ ਸੋਹੰਗ ਦਾ ਜਾਪ ਕਰਿਆ ਕਰੋ। ਦੇਖੋ, ਇਹ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਨੂੰ ਵੀ ਆਪਣੇ ਤਲ 'ਤੇ ਲੈ ਕੇ ਆ ਜਾਂਦੇ ਹਨ। ਇਹ ਕਹਿੰਦੇ ਉਹ ਵੀ ਸਾਡੇ ਵਰਗੇ ਹੀ ਸਨ, ਵੀ ਸਾਡਾ ਮਨ ਟਿਕਦਾ ਨਹੀਂ, ਅਸੀਂ ਨਾਮ ਜਪਦੇ ਹਾਂ। ਇੱਦਾਂ ਗੁਰੂ ਨਾਨਕ ਦੇਵ ਜੀ ਦਾ ਵੀ ਮਨ ਨਹੀਂ ਟਿਕਦਾ। ਹੁਣ ਸੋਹੰਗ ਸੋਹੰਗ ਦਾ ਜਾਪ ਕਰ, ਜਿਹਦਾ ਮਨ ਹੈ ਹੀ ਨਹੀਂ, ਉਹ ਕੋਈ ਜਾਪ ਥੋੜ੍ਹੀ ਕਰਦਾ ਹੈ। ਸੋਹੰਗ ਦਾ ਅਰਥ ਹੁੰਦਾ ਉਹ ਮੈਂ ਹਾਂ। ਜਿਵੇਂ ਉਪਨਿਸ਼ਦਾਂ ਦਾ ਬਚਨ ਹੈ ਨਾ, ਅਹੰ ਬ੍ਰਹਮ ਅਸਮੀ, ਉਹ ਬ੍ਰਹਮ ਮੈਂ ਹਾਂ। ਇਵੇਂ ਹੀ ਸੋਹੰਗ ਹੈ, ਉਹ ਮੈਂ ਹਾਂ। ਉਹ ਮੈਂ ਹਾਂ, ਇਹਦਾ ਜਾਪ ਥੋੜ੍ਹੀ ਕਰਨਾ ਹੈ। ਇਹ ਤਾਂ ਜਿਹੜਾ ਜਾਣ ਲੈਂਦਾ ਹੈ, ਉਹ ਜਾਣ ਲੈਂਦਾ ਹੈ। ਹੁਣ ਜਿਵੇਂ ਕੋਈ ਆਦਮੀ ਮੈਂ ਆਦਮੀ ਹਾਂ, ਮੈਂ ਆਦਮੀ ਹਾਂ, ਮੈਂ ਆਦਮੀ ਹਾਂ ਜਾਪ ਕਰੇ, ਤੁਸੀਂ ਕਹੋਗੇ ਪਾਗਲ ਹੈ, ਆਦਮੀ ਤਾਂ ਹੈ ਹੀ। ਇੱਦਾਂ ਹੀ ਸੋਹੰਗ ਹੈ। ਸੋਹੰਗ ਦਾ ਭਾਵ ਉਹ ਮੈਂ ਹਾਂ ਹੀ। ਤੇ ਜੋ ਹਾਂ ਹੀ ਤਾਂ ਉਹਦਾ ਜਾਪ ਥੋੜ੍ਹੀ ਕਰਨਾ। ਜੋ ਹਾਂ ਹਾਂ ਜਿਹੜਾ ਜਾਣ ਲੈਂਦਾ ਹੈ ਨਾ, ਉਹ ਫਿਰ ਜਾਪ ਥੋੜ੍ਹੀ ਕਰਦਾ। ਨਾਲੇ ਮਨ ਨੂੰ ਟਿਕਾਉਣ ਵਾਸਤੇ ਜਾਪ ਕਰਨਾ ਹੈ। ਮਨ ਨੂੰ ਟਿਕਾਉਣ ਵਾਸਤੇ ਸ਼ਬਦ ਹੈ, ਜੋ ਮੰਦਰ ਕੋ ਥਾਮੇ ਥਮਨ ਤੁਮ ਗੁਰ ਕਾ ਸ਼ਬਦ ਮਨੇ ਸਥਮ। ਮਨ ਨੂੰ ਟਿਕਾਉਣ ਵਾਸਤੇ ਉਪਯੋਗ ਕੀਤਾ ਜਾਂਦਾ। ਅਤੇ ਜਿਹੜੇ ਮਨ ਤੋਂ ਪਾਰ ਹੋ ਜਾਂਦੇ ਹਨ ਨਾ, ਅਤੇ ਉਹਨਾਂ ਨੂੰ ਫਿਰ ਲੋੜ ਨਹੀਂ ਹੈ ਕੁਛ ਕਰਨ ਦੀ।
ਉਹਨਾਂ ਵਿੱਚ ਬੈਠ ਕੇ ਫਿਰ ਪਰਮਾਤਮਾ ਕਰ ਰਿਹਾ ਹੈ ਅਤੇ ਉਹ ਕਰਤੇ ਨੂੰ ਕਰਦੇ ਹੋਏ ਨੂੰ ਦੇਖਦੇ ਹਨ ਵੀ ਆਹ ਸਾਰਾ ਖੇਲ ਦੇਖੋ ਸਾਡੇ ਵਿੱਚ ਵੀ ਉਹ ਕਰ ਰਿਹਾ ਅਤੇ ਬਾਹਰ ਵੀ ਉਹ ਕਰ ਰਿਹਾ। ਦੇਖਣੇ ਆਇਓ ਜਗਤ ਤਮਾਸ਼ਾ, ਮੈਂ ਹੂੰ ਪਰਮ ਪੁਰਖ ਹੋ ਦਾਸ, ਜਿਵੇਂ ਗੁਰੂ ਗੋਬਿੰਦ ਸਿੰਘ ਜੀ। ਅੱਜ ਕਹਿੰਦੇ ਖਾਲਸਾ ਸਾਜਨਾ ਦਿਵਸ ਹੈ, ਕਿਸੇ ਨੇ ਮੈਸੇਜ ਵੀ ਭੇਜਿਆ ਹੈ। ਅੱਜ ਪੰਜਾਂ ਨੂੰ ਉਹਨਾਂ ਨੇ ਖਾਲਸ ਕੀਤਾ ਹੈ। ਪੰਜਾਂ ਤੋਂ ਬਾਅਦ ਵੀ ਬਹੁਤ ਖਾਲਸ ਹੋਏ ਹਨ। ਬੰਦ ਖਲਾਸੀ ਹੋਈ ਹੈ ਬਹੁਤਿਆਂ ਦੀ। ਅੱਜ ਦੇ ਦਿਨ ਸ਼ੁਰੂਆਤ ਕੀਤੀ ਸੀ ਉਹਨਾਂ ਨੇ, ਤੇ ਪੰਜਾਂ ਦਾ ਪੁਨਰ ਜਨਮ ਹੋਇਆ ਹੈ। ਪਹਿਲੇ ਮਿਟ ਗਏ ਹਨ ਤੇ ਨਵੇਂ ਪੈਦਾ ਹੋਏ ਹਨ। ਖਾਲਸ, ਤੇ ਜਿਹੜਾ ਖਾਲਸ ਹੋਵੇ ਨਾ ਉਹ ਹੀ ਖਾਲਸ ਕਰਦਾ ਹੈ। ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ, ਤੇ ਜਿਹੜਾ ਮੁਕਤ ਹੈ ਨਾ ਉਹ ਹੀ ਮੁਕਤ ਕਰਦਾ ਹੈ। ਆਪ ਮੁਕਤ ਮੁਕਤ ਕਰੇ ਸੰਸਾਰ। ਤਾਂ ਉਹਨਾਂ ਨੇ ਮੁਕਤ ਕੀਤਾ ਹੈ ਜਿੰਨਾ ਚਿਰ ਉਹ ਸਰੀਰ ਕਰਕੇ ਰਹੇ ਹਨ। ਅਤੇ ਬਾਅਦ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਕੋਈ ਮੁਕਤ ਪੁਰਸ਼ ਨਹੀਂ ਹੈ। ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਉਪਦੇਸ਼ ਨੂੰ ਪੜ੍ਹਨਾ ਹੈ ਅਤੇ ਸੁਣਨਾ ਹੈ ਅਤੇ ਸਮਝਣਾ ਹੈ। ਫਿਰ ਕੋਈ ਆਵੇਗਾ ਇਸ ਉਪਦੇਸ਼ ਨੂੰ ਸਮਝਾਉਣ ਵਾਲਾ, ਅਤੇ ਫਿਰ ਸਮਝਾਵੇਗਾ, ਅਤੇ ਫਿਰ ਖਾਲਸ ਹੋਣਗੇ। ਅਤੇ ਇਹ ਉਹਨਾਂ ਵਾਸਤੇ ਹੈ ਅੱਜ ਦਾ ਦਿਨ ਜਿਹੜੇ ਖਾਲਸ ਹੋ ਗਏ ਹਨ, ਜਿਹੜੇ ਸ਼ੁੱਧ ਹੋ ਗਏ ਹਨ। ਤੁਹਾਡੇ ਵਾਸਤੇ ਵੀ ਉਹ ਦਿਨ ਆ ਸਕਦਾ ਹੈ ਜਿੱਦਣ ਤੁਸੀਂ ਵੀ ਖਾਲਸ ਹੋ ਜਾਓਗੇ, ਸ਼ੁੱਧ ਹੋ ਜਾਓ। ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ। ਉਹਨਾਂ ਦਾ ਦਿਨ ਮਨਾ ਕੇ ਸ਼ੁੱਧ ਥੋੜ੍ਹੀ ਹੋ ਜਾਣਾ। ਤੁਸੀਂ ਆਪਣੇ ਅੰਦਰ ਝਾੜੂ ਮਾਰੋ, ਆਪਣੀ ਸਫਾਈ ਕਰੋ, ਵਿਹਲੇ ਹੋ ਜਾਓ, ਖਾਲਸ ਹੋ ਜਾਓ, ਸ਼ੁੱਧ ਹੋ ਜਾਓ, ਨਿਰਮਲ ਹੋ ਜਾਓ। ਬਿਲਕੁਲ ਆਪਣੇ ਆਪ ਨੂੰ ਅੰਦਰ ਸਾਫ਼ ਕਰ ਦਿਓ, ਵਿਕਾਰਾਂ ਦੀ ਮੈਲ ਕੱਢ ਦਿਓ। ਵਿਚਾਰਾਂ ਦੀ ਮੈਲ, ਵਿਚਾਰਾਂ ਦੀ ਮੈਲ ਹੈ ਅੰਦਰ, ਵਿਚਾਰਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਿਓ। ਝਾੜੂ ਦੇ ਨਾਲ ਸਫਾਈ ਕਰ ਦਿਓ। ਗਿਆਨੇ ਕੀ ਵੱਢਣੀ ਮਨੋਂ ਹੱਥ ਲੈ ਕਾਤਰ ਤਾਕਤ ਵਾਰ ਬਾਰ, ਸਾਰਾ ਸਾਫ਼ ਕਰ ਦਿਓ ਅਤੇ ਤੁਸੀਂ ਵੀ ਖਾਲਸ ਹੋ ਜਾਓਗੇ। ਅਤੇ ਫਿਰ ਤੁਹਾਡਾ ਵੀ ਅੱਜ